हाँ जी बेटा, नेक्स्ट है ऑन द बेसिस ऑफ द स्टेट ऑफ डिवेलपमेंट। ठीक है, फोर्थ ਜਿਹੜਾ ਹੈਗਾ ਕਲਾਸੀਫਿਕੇਸ਼ਨ ਇਹਨਾਂ ਦਾ ਡਿਵੈਲਪਮੈਂਟ ਦੇ ਅਕੋਰਡਿੰਗਲੀ ਹੈ। ਤਾਂ ਇਸ ਦੇ ਵਿੱਚ ਨੰਬਰ 1 ਸਾਡੇ ਕੋਲ ਹੈ ਬੇਟਾ ਪੋਟੈਂਸ਼ੀਅਲ ਰਿਸੋਰਸਿਸ ਵਿਚ ਆਰ ਫਾਊਂਡ ਇਨ ਅ ਰੀਜਨ ਬਟ ਹੈਵ ਨਾਟ ਬੀਨ ਯੂਟਿਲਾਈਜ਼ਡ. For example, the western parts of India, particularly Rajasthan and Gujarat, have enormous potential for the development of wind and solar energy. Means ਕਿਸੇ ਇਲਾਕੇ ਦੇ ਵਿੱਚ ਜਿਹੜੇ ਰਿਸੋਰਸਿਸ ਅਵੇਲੇਬਲ ਹੈ, ਠੀਕ ਹੈ, ਬਟ ਉਹਨਾਂ ਨੂੰ ਪ੍ਰੋਪਰਲੀ ਯੂਟੀਲਾਈਜ਼ ਨਹੀਂ ਕੀਤਾ ਜਾ ਰਿਹਾ ਬਿਕੋਜ਼ ਆਫ ਦਾ ਲੈਕ ਆਫ ਟੈਕਨੋਲੋਜੀ। ਜਿਵੇਂ ਕਿ ਰਾਜਸਥਾਨ ਦਾ ਏਰੀਆ ਜਿਹੜਾ ਹੈਗਾ ਔਰ ਗੁਜਰਾਤ ਦੇ ਵਿੱਚ ਹੈ, ਇਹ ਜਿਹੜੇ ਇਲਾਕੇ ਆ ਬੱਚੇ ਉੱਥੇ ਜਿਵੇਂ ਰਾਜਸਥਾਨ ਹੀ ਸਪੋਜ਼ ਕਰੋ, ਉੱਥੇ ਬਹੁਤ ਜ਼ਿਆਦਾ ਜਿਹੜੀ ਹੈ ਸਨਲਾਈਟ ਹੈ, ਸਾਡੇ ਕੋਲ ਬਹੁਤ ਹੀਟ ਹੈਗੀ ਆ, ਠੀਕ ਹੈ, ਔਰ ਬਹੁਤ ਤੇਜ਼ ਹਵਾਵਾਂ ਵੀ ਚੱਲਦੀਆਂ ਨੇ ਔਰ ਇੰਨੀ ਜ਼ਿਆਦਾ ਉਸ ਵਿੰਡ ਐਨਰਜੀ ਨੂੰ ਔਰ ਉਸ ਜਿਹੜੀ ਤੁਹਾਡੀ ਸੋਲਰ ਐਨਰਜੀ ਹੈ ਉਹਨੂੰ ਅਸੀਂ ਪ੍ਰੋਪਰ ਯੂਜ਼ ਨਹੀਂ ਕਰ ਪਾ ਰਹੇ। ਠੀਕ ਹੈ, ਤਾਂ ਇਹ ਜਿਹੜੇ ਰਿਸੋਰਸਿਸ ਹੈ ਇਹਨਾਂ ਨੂੰ ਕੀ ਕਹਿੰਦੇ ਹਾਂ ਅਸੀਂ ਪੋਟੈਂਸ਼ੀਅਲ ਰਿਸੋਰਸਿਸ, ਜਿਨ੍ਹਾਂ ਦੇ ਵਿੱਚ ਕੁਛ ਹੋ ਸਕਦਾ ਹੈ, ਠੀਕ ਹੈ, ਉਹਨਾਂ ਦੀ ਯੂਜ਼ ਹੋ ਸਕਦਾ ਹੈ, ਬਹੁਤ ਕੁਝ ਅਸੀਂ ਉਹਨਾਂ ਤੋਂ ਕਰ ਸਕਦੇ ਹਾਂ ਲੇਕਿਨ ਅਸੀਂ ਯੂਜ਼ ਨਹੀਂ ਕਰ ਪਾ ਰਹੇ। ਠੀਕ ਹੈ ਬੇਟਾ, ਉਹ ਹੈਗੇ ਨੇ ਪੋਟੈਂਸ਼ੀਅਲ ਰਿਸੋਰਸਿਸ। ਡਿਵੈਲਪਡ ਰਿਸੋਰਸਿਸ ਸੈਕਿੰਡ ਨੰਬਰ ਹੈ resources which are surveyed and their quality and quantity have been determined for utilization. Means ਕਿ ਜਿਹੜੇ ਰਿਸੋਰਸਿਸ ਜਿਨ੍ਹਾਂ ਦਾ ਅਸੀਂ ਸਰਵੇ ਕਰ ਚੁੱਕੇ ਹਾਂ ਉਹਨਾਂ ਦੀ ਕੁਆਲਿਟੀ ਬਾਰੇ ਉਹਨਾਂ ਦੀ ਕੁਆਂਟਿਟੀ ਬਾਰੇ ਸਾਨੂੰ ਸਾਰੀ ਨੌਲੇਜ ਹੈ, ਉਹਨਾਂ ਨੂੰ ਅਸੀਂ ਪ੍ਰੋਪਰ ਯੂਜ਼ ਕਰ ਰਹੇ ਹਾਂ। ਠੀਕ ਹੈ, ਤਾਂ ਉਹ ਕਿਹੜੇ ਰਿਸੋਰਸਿਸ ਹੈ ਡਿਵੈਲਪਡ ਰਿਸੋਰਸਿਸ। ਦ ਡਿਵੈਲਪਮੈਂਟ ਆਫ ਰਿਸੋਰਸਿਸ ਡਿਪੈਂਡ ਔਨ ਟੈਕਨੋਲੋਜੀ ਐਂਡ ਦ ਲੈਵਲ ਆਫ ਦੇਅਰ ਫਿਜ਼ੀਬਿਲਿਟੀ। ਤਾਂ ਜਿਹੜੀ ਰਿਸੋਰਸਿਸ ਦੀ ਡਿਵੈਲਪਮੈਂਟ ਹੈ ਉਹ ਦੋ ਚੀਜ਼ਾਂ 'ਤੇ ਰਾਜੇ ਡਿਪੈਂਡ ਕਰਦੀ ਹੈ। ਇੱਕ ਤਾਂ ਟੈਕਨੋਲੋਜੀ ਦਾ ਲੈਵਲ ਕਿ ਸਾਡੇ ਕੋਲੇ ਉਹ ਇੰਨੀ ਤਕਨੀਕ ਹੈਗੀ ਆ ਉਹਨਾਂ ਨੂੰ ਯੂਜ਼ ਕਰਨ ਵਾਸਤੇ, ਅਸੀਂ ਜਾਣਦੇ ਹਾਂ ਕਿ ਅਸੀਂ ਉਹਨਾਂ ਨੂੰ ਯੂਜ਼ ਕਿਵੇਂ ਕਰਨਾ। ਠੀਕ ਹੈ, ਦੂਸਰਾ ਫਿਜ਼ੀਬਿਲਿਟੀ ਲੈਵਲ ਕੀ ਹੈ ਕਿ ਉਹ ਰਿਸੋਰਸਿਸ ਜਿੱਥੇ ਉਹਨਾਂ ਨੂੰ ਯੂਜ਼ ਕਰਨ ਦੀ ਲੋਕਾਂ ਦੇ ਵਿੱਚ ਕਪੈਸਿਟੀ ਹੈ ਉੱਥੇ ਉਹ ਅਵੇਲੇਬਲ ਹੈਗੇ ਆ, ਉਹ ਲੋਕ ਉਹਨਾਂ ਨੂੰ ਪ੍ਰਾਪਤ ਕਰ ਸਕਦੇ ਹੈ। ਠੀਕ ਹੈ, ਤਾਂ ਇਹ ਕੀ ਹੈ, ਇਹ ਦੋ ਚੀਜ਼ਾਂ ਨੇ ਜਿਹਦੇ ਉੱਪਰ ਡਿਵੈਲਪਡ ਰਿਸੋਰਸਿਸ ਡਿਪੈਂਡ ਕਰਦੇ ਆ। ਠੀਕ ਹੈ, ਤਾਂ ਜਿਹੜੇ ਰਿਸੋਰਸਿਸ ਨੂੰ ਅਸੀਂ ਪ੍ਰੋਪਰ ਯੂਜ਼ ਕਰ ਰਹੇ ਹਾਂ ਔਰ ਸਾਡੇ ਤੱਕ ਜਿਹੜੇ ਅਸੈਸੀਬਲ ਵੀ ਹੈ, ਸਾਡੀ ਪਹੁੰਚ ਦੇ ਵਿੱਚ ਵੀ ਆਉਂਦੇ ਆ, ਉਹ ਕੀ ਨੇ ਡਿਵੈਲਪਡ ਰਿਸੋਰਸਿਸ ਹੈ। ਨੈਕਸਟ ਹੈ ਜੀ ਸਟਾਕ materials in the environment which have the potential to satisfy human needs but human beings do not have the appropriate technology to access these. Means ਕਿ ਜਿਹੜੇ ਬਹੁਤ ਸਾਰਾ ਮਟੀਰੀਅਲ ਸਾਡੇ ਇਨਵਾਇਰਮੈਂਟ ਦੇ ਵਿੱਚ ਪਿਆ ਜਿਹਦੇ ਵਿੱਚ ਕੁਛ ਨਾ ਕੁਛ ਇੱਦਾਂ ਦਾ ਹੋ ਸਕਦਾ ਜਿਹੜਾ ਕਿ ਹਿਊਮਨ ਬੀਇੰਗਸ ਦੇ ਲਈ ਫਾਇਦੇਮੰਦ ਹੈ। ਠੀਕ ਹੈ, ਬਟ ਅਸੀਂ ਉਸ ਨੂੰ ਸਾਡੇ ਕੋਲੇ ਉਸ ਨੂੰ ਯੂਜ਼ ਕਰਨ ਦੇ ਲਈ ਪ੍ਰੋਪਰ ਜਿਹੜੀ ਟੈਕਨੋਲੋਜੀ ਹੈ ਉਹ ਨਹੀਂ ਹੈ, ਹਾਲੇ ਤੱਕ ਅਸੀਂ ਉਹਨੂੰ ਯੂਜ਼ ਕਰਨਾ ਸਿੱਖੇ ਨਹੀਂ ਹੈ, 100% ਉਸ ਦੀ ਯੂਜ਼ ਅਸੀਂ ਨਹੀਂ ਕਰ ਪਾ ਰਹੇ। ਠੀਕ ਹੈ, ਤਾਂ ਉਹ ਉਸ ਨੂੰ ਅਸੀਂ ਕੀ ਕਹਿੰਦੇ ਹਾਂ ਸਟਾਕ। ਠੀਕ ਹੈ, For example, water is a compound of two inflammable gases. ਤੁਹਾਨੂੰ ਸਭ ਨੂੰ ਪਤਾ ਹੈ ਬੱਚੇ ਜਿਹੜਾ ਵਾਟਰ ਹੈ ਉਹ 2 ਗੈਸਿਸ ਨੂੰ ਮਿਲਾ ਕੇ ਬਣਦਾ। ਠੀਕ ਹੈ, ਹਾਈਡਰੋਜਨ ਐਂਡ ਆਕਸੀਜਨ। ਇਹਨਾਂ ਦੇ ਵਿੱਚ ਰਾਜੇ ਬਹੁਤ ਪੋਟੈਂਸ਼ੀਅਲ ਪਾਵਰ ਹੈਗੀ ਆ। ਠੀਕ ਹੈ, ਬਹੁਤ ਕੁਝ ਇਸ ਤੋਂ ਇਹਨਾਂ ਗੈਸਿਸ ਨੂੰ ਤੋਂ ਅਸੀਂ ਕਰ ਸਕਦੇ ਹਾਂ ਲੇਕਿਨ ਹਾਲੇ ਅਸੀਂ ਇਹ ਟੈਕਨੋਲੋਜੀ ਸਾਡੇ ਕੋਲ ਨਹੀਂ ਹੈ ਜਿੰਨੀ ਚਾਹੀਦੀ ਹੈ, ਉਨੀ ਤਕਨੀਕ ਸਾਨੂੰ ਆਈ ਨਹੀਂ ਹੈ ਕਿ ਅਸੀਂ ਇਹਨਾਂ ਨੂੰ ਆਪਣੇ ਪ੍ਰੋਪਰ ਪਰਪਸ ਦੇ ਲਈ ਯੂਜ਼ ਕਰ ਸਕੀਏ। ਠੀਕ ਹੈ, ਤਾਂ ਇਸ ਕਰਕੇ ਅਸੀਂ ਇਹਨਾਂ ਨੂੰ ਕੀ ਹੈ ਇਹ ਫਿਰ ਸਾਡੇ ਕੋਲੇ ਸਟਾਕ ਦੀ ਤਰ੍ਹਾਂ ਮਤਲਬ ਪਏ ਹੋਏ ਹੈ, ਤਾਂ ਅਸੀਂ ਇਹਨਾਂ ਨੂੰ ਕੀ ਕਹਿੰਦੇ ਹਾਂ ਕੰਸੀਡਰਡ ਐਜ਼ ਸਟਾਕ। ਠੀਕ ਹੈ, ਨੈਕਸਟ ਹੈ ਜੀ ਰਿਜ਼ਰਵਸ ਆਰ the subset of the stock which can be put into use with the help of existing technical know-how but their use has not been started. These can be used for meeting future requirement. Means ਇਹ ਉਹ ਸਟਾਕ ਦਾ ਹੀ ਇੱਕ ਪਾਰਟ ਹੈ ਰਾਜੀ, ਤਾਂ ਜਿਹੜਾ ਕਿ ਜਿਹਨੂੰ ਅਸੀਂ ਯੂਜ਼ ਕਰ ਸਕਦੇ ਹਾਂ, ਸਾਨੂੰ ਜਿਹੜੀ ਹੈ ਪ੍ਰੋਪਰ ਜਿਹੜੀ ਸਾਡੇ ਕੋਲ ਟੈਕਨੋਲੋਜੀ ਹੁਣ ਹੈਗੀ ਆ ਉਸ ਦੇ ਅਕੋਰਡਿੰਗਲੀ ਅਸੀਂ ਉਹਨੂੰ ਯੂਜ਼ ਕਰ ਸਕਦੇ ਹਾਂ ਲੇਕਿਨ ਅਸੀਂ ਹਜੇ ਯੂਜ਼ ਕਰਨਾ ਸਟਾਰਟ ਨਹੀਂ ਕੀਤਾ। ਠੀਕ ਹੈ, ਕਿਉਂਕਿ ਅਸੀਂ ਆਪਣੀਆਂ ਫਿਊਚਰ ਰਿਕੁਆਇਰਮੈਂਟਸ ਦੇ ਲਈ ਜਿਹੜਾ ਅਸੀਂ ਸੰਭਾਲ ਕੇ ਰੱਖਦੇ ਹਾਂ। ਠੀਕ ਹੈ, ਤਾਂ ਉਹਨੂੰ ਅਸੀਂ ਕੀ ਕਹਿੰਦੇ ਹਾਂ ਰਿਜ਼ਰਵਸ। ਰਿਵਰ ਵਾਟਰ ਕੈਨ ਬੀ ਯੂਜ਼ਡ ਫॉर ਜਨਰੇਟਿੰਗ ਹਾਈਡਰੋ ਇਲੈਕਟ੍ਰਿਕ ਪਾਵਰ ਬਟ
ਪ੍ਰੈਜ਼ੈਂਟਲੀ ਇਟ ਇਜ਼ ਬੀਇੰਗ ਯੂਟੀਲਾਈਜ਼ਡ ਓਨਲੀ ਟੂ ਅ ਲਿਮਟਡ ਐਕਸਟੈਂਟ। ਸਾਨੂੰ ਪਤਾ ਹੈ ਕਿ ਜਿਹੜਾ ਰਿਵਰ ਵਾਟਰ ਹੈ ਅਸੀਂ ਉਸਨੂੰ ਇਲੈਕਟ੍ਰੀਸਿਟੀ ਪੈਦਾ ਕਰਨ ਲਈ ਯੂਜ਼ ਕਰ ਸਕਦੇ ਹਾਂ, ਪਰ ਅਸੀਂ ਉਹਨੂੰ ਕਿਸੇ ਲਿਮਟਡ ਮਤਲਬ ਕੁਛ ਲਿਮਟਡ ਹਿੱਸਾ ਹੀ ਅਸੀਂ ਉਸਦਾ ਯੂਜ਼ ਕਰ ਰਹੇ ਹਾਂ, ਠੀਕ ਹੈ। ਕਿਉਂਕਿ ਸਾਨੂੰ ਪਤਾ ਹੈ ਕਿ ਜਿਹੜਾ ਬਾਕੀ ਜਿਹੜਾ ਵਾਟਰ ਹੈ ਉਹ ਡੈਮਸ ਦੇ ਵਿੱਚ ਜਿਹੜਾ ਹੈਗਾ ਰਿਜ਼ਰਵ ਪਿਆ ਹੋਇਆ, ਠੀਕ ਹੈ। ਫੋਰੈਸਟਸ ਡੈਮਸ ਇਜ਼ ਅ ਰਿਜ਼ਰਵ ਵਿਚ ਕੈਨ ਬੀ ਯੂਜ਼ਡ ਇਨ ਦਾ ਫਿਊਚਰ, ਠੀਕ ਹੈ। ਬਹੁਤ ਸਾਰੇ ਫੋਰੈਸਟ ਸਾਡੇ ਕੋਲ ਖੜੇ ਆ, ਸਾਨੂੰ ਪਤਾ ਹੈ ਅਸੀਂ ਫੋਰੈਸਟ ਨੂੰ ਯੂਜ਼ ਕਰ ਸਕਦੇ ਹਾਂ, ਲੇਕਿਨ ਅਸੀਂ ਨਹੀਂ ਕਰ ਰਹੇ। ਕਿਉਂ ਨਹੀਂ ਕਰ ਰਹੇ? ਕਿਉਂਕਿ ਸਾਨੂੰ ਪਤਾ ਹੈ ਵੀ ਇਨ ਫਿਊਚਰ ਸਾਨੂੰ ਇਸ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ। ਅਗਰ ਅਸੀਂ ਇਸ ਨੂੰ ਹੁਣੇ ਯੂਜ਼ ਕਰ ਲਿਆ ਤਾਂ ਫਿਰ ਸਾਡਾ ਜਿਹੜਾ ਫਿਊਚਰ ਹੈ ਉਹ ਸਿਕਿਉਰ ਨਹੀਂ ਹੋਏਗਾ। ਜੇ ਅਸੀਂ ਸਾਰੇ ਫੋਰੈਸਟ, ਤੁਹਾਨੂੰ ਪਤਾ ਹੈ ਕਿ ਕਿੰਨਾ ਨੁਕਸਾਨ ਹੋਏਗਾ ਜੇ ਅਸੀਂ ਫੋਰੈਸਟ ਸਾਰੇ ਕੱਟ ਦਿੰਦੇ ਹਾਂ, ਜੇ ਅਸੀਂ ਸਾਰਾ ਵਾਟਰ ਯੂਜ਼ ਕਰ ਲਿਆ ਤਾਂ ਫਿਰ ਫਿਊਚਰ ਦੇ ਵਿੱਚ ਕੀ ਹੋਏਗਾ, ਠੀਕ ਹੈ। ਬੇਸ਼ੱਕ ਸਾਨੂੰ ਪਤਾ ਹੈ ਕਿ ਅਸੀਂ ਜਿੰਨੇ ਵੀ ਡੈਮਸ ਬਣਾ ਕੇ ਅਸੀਂ ਵਾਟਰ ਨੂੰ ਯੂਜ਼ ਕਰ ਸਕਦੇ ਹਾਂ, ਅਸੀਂ ਫੋਰੈਸਟ ਤੋਂ ਬਹੁਤ ਕੁਝ ਕਰ ਸਕਦੇ ਹਾਂ, ਠੀਕ ਹੈ। ਅਸੀਂ ਚਾਹੀਏ ਤਾਂ ਪਲਾਂ ਦੇ ਵਿੱਚ ਉਹਨਾਂ ਨੂੰ ਕੱਟ ਸਕਦੇ ਹਾਂ, ਠੀਕ ਹੈ, ਲੇਕਿਨ ਅਸੀਂ ਐਸਾ ਨਹੀਂ ਕਰ ਰਹੇ। ਕਿਉਂ? ਕਿਉਂਕਿ ਸਾਨੂੰ ਪਤਾ ਹੈ ਕਿ ਇਨ ਫਿਊਚਰ ਸਾਨੂੰ ਇਸ ਦੀ ਬਹੁਤ ਜ਼ਰੂਰਤ ਪੈਣੀ ਹੈ। ਤਾਂ ਇਹੋ ਜਿਹੇ ਜਿਹੜੇ ਰਿਸੋਰਸਿਸ ਹੈ ਉਹਨਾਂ ਨੂੰ ਅਸੀਂ ਕੀ ਕਹਿੰਦੇ ਹਾਂ? ਰਿਜ਼ਰਵ ਕਰਕੇ ਅਸੀਂ ਰੱਖੇ ਹੋਏ ਆ, ਸੰਭਾਲ ਕੇ ਰੱਖੇ ਹੋਏ ਆ, ਤਾਂ ਕਿ ਸਾਡਾ ਫਿਊਚਰ ਵੀ ਸਿਕਿਉਰ ਹੋ ਸਕੇ। ਓਕੇ ਬੇਟਾ, ਤਾਂ ਇਹ ਸਾਡਾ ਵਿੱਚ ਇੰਨਾ ਟੌਪਿਕ ਸੀ। ਤੁਸੀਂ ਇਸ ਨੂੰ ਧਿਆਨ ਨਾਲ ਵੀਡੀਓ ਨੂੰ ਵਾਰ-ਵਾਰ ਸੁਣਨਾ ਔਰ ਇਸ ਨੂੰ ਅੰਡਰਸਟੈਂਡ ਕਰਨ ਦੀ ਕੋਸ਼ਿਸ਼ ਕਰਨਾ। ਅੱਗੇ ਜੋ ਨੋਟਿਸ ਮੈਂ ਤੁਹਾਨੂੰ ਦੇਵਾਂਗੀ ਤਾਂ ਉਹ ਨੋਟਿਸ ਤੁਸੀਂ ਰਾਜੇ ਲਿਖਣੇ ਵੀ ਹੈ ਔਰ ਅੱਛੀ ਤਰ੍ਹਾਂ ਯਾਦ ਵੀ ਕਰਨੇ ਹੈ। ਓਕੇ ਬੇਟਾ, ਥੈਂਕ ਯੂ, ਹੈਵ ਅ ਨਾਈਸ ਡੇ।